ਅੱਜ ਆਪਾਂ ਕੁਛ ਵਿਸ਼ੇਸ਼ ਜਿਹੜਾ ਆ ਉਹ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਸੁਣਨ ਤੇ ਸਿੱਖਣ ਵਾਲੇ ਆ। ਹਾਲੇਲੂਇਆ। ਫਸਟ ਆਫ ਆਲ ਅਸੀਂ ਦੇਖਾਂਗੇ ਕਿ ਅੰਤਲੇ ਦਿਨਾਂ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਕੀ ਹੋਣ ਵਾਲੀ ਆ ਤੇ ਪਰਮੇਸ਼ਵਰ ਦਾ ਕਰੋਧ ਕਿਹੋ ਜਿਹਾ ਆਉਣ ਵਾਲਾ ਆ। ਸੋ ਆਓ ਅਸੀਂ ਦੇਖਦੇ ਹਾਂ ਰਸੂਲਾਂ ਦੇ ਕੰਮ ਉਹਦਾ 2 ਨੰਬਰ ਅਧਿਆਏ ਤੇ ਉਹਦੀ 17 ਨੰਬਰ ਪੰਕਤੀ ਤੋਂ ਆਪਾਂ ਸ਼ੁਰੂ ਕਰਦੇ ਹਾਂ। ਇੱਥੇ ਲਿਖਿਆ, ਪਰਮੇਸ਼ਵਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਇਉਂ ਹੋਵੇਗਾ। ਸਭ ਤੋਂ ਪਹਿਲਾਂ ਦੇਖੋ, ਕੋਈ ਇਨਸਾਨ ਨਹੀਂ ਕਹਿ ਰਿਹਾ। ਕੀ ਲਿਖਿਆ? ਪਰਮੇਸ਼ਵਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਇਉਂ ਹੋਵੇਗਾ, ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ਅਤੇ ਤੁਹਾਡੇ ਪੁੱਤਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ ਅਤੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਅਤੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ। ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨੀ ਦਿਨੀ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ ਔਰ ਉਹ ਅਗੰਮ ਵਾਕ ਕਰਨਗੇ। ਹਾਲੇਲੂਇਆ। ਅੱਜ ਦਾ ਵਚਨ ਇੱਕ ਵਾਅਦਾ ਆ ਪਰਮੇਸ਼ਵਰ ਦਾ। ਜੇ ਤੁਸੀਂ ਚਾਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋ ਸਕਦਾ ਆ। ਜੇ ਤੁਸੀਂ ਚਾਹੋ ਤੁਹਾਡੇ ਮਾਤਾ ਪਿਤਾ ਦੀ ਜ਼ਿੰਦਗੀ ਵਿੱਚ ਵੀ ਪੂਰਾ ਹੋ ਸਕਦਾ। ਜੇ ਤੁਸੀਂ ਚਾਹੋ ਤਾਂ ਤੁਹਾਡੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਵਿੱਚ ਵੀ ਪੂਰਾ ਹੋ ਸਕਦਾ ਆ। ਕਿਉਂਕਿ ਆਪਾਂ ਅਖੀਰਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਚੱਲ ਰਹੇ ਆ। ਇਹ ਅੰਤਲੇ ਸਮੇਂ ਆ। ਜਿਹੜੇ ਨਿਸ਼ਾਨ ਅੰਤਲੇ ਸਮੇਂ ਦੇ ਪਵਿੱਤਰ ਬਾਈਬਲ ਦੇ ਵਿੱਚ ਦੱਸੇ ਗਏ ਆ, ਉਹਨਾਂ ਨਿਸ਼ਾਨਾਂ ਨੂੰ ਆਪਾਂ ਪੂਰਿਆਂ ਹੁੰਦਿਆਂ ਇਸ ਧਰਤੀ ਤੇ ਦੇਖ ਰਹੇ ਹਾਂ। ਔਰ ਬਹੁਤ ਜਲਦ ਇਸ ਸੰਸਾਰ ਦਾ ਅੰਤ ਹੋਣ ਵਾਲਾ ਆ। ਬਹੁਤ ਸਾਰੇ ਲੋਕ ਇਸ ਚੀਜ਼ ਦੇ ਨਾਲ ਐਗਰੀ ਨਹੀਂ ਕਰਦੇ, ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਐਗਰੀ ਕਰਨ ਜਾਂ ਨਾ ਕਰਨ। ਅਸੀਂ ਸਿਰਫ ਉਸ ਗੱਲ ਦੇ ਨਾਲ ਸਹਿਮਤ ਹੁੰਨੇ ਤੇ ਉਸ ਗੱਲ ਤੇ ਯਕੀਨ ਕਰਦੇ ਹਾਂ ਜਿਹੜੀ ਪਵਿੱਤਰ ਵਚਨ ਦੇ ਵਿੱਚ ਲਿਖੀ ਗਈ ਆ। ਹਾਲੇਲੂਇਆ। ਔਰ ਜੋ ਪਵਿੱਤਰ ਵਚਨ ਦੇ ਵਿੱਚ ਅੰਤਲੇ ਦਿਨਾਂ ਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ ਉਹ ਵਾਪਰਨੀਆਂ ਸ਼ੁਰੂ ਹੋ ਗਈਆਂ ਆ। ਤੇ ਅਸੀਂ ਅੰਤਲੇ ਸਮੇਂ ਦੇ ਵਿੱਚ ਹੀ ਚੱਲ ਰਹੇ ਹਾਂ। ਅਸੀਂ ਅੰਤਲੇ ਸਮੇਂ 'ਚ ਜੀ ਰਹੇ ਹਾਂ। ਔਰ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਆਖਦਾ ਕਿ ਅੰਤਲੇ ਦਿਨਾਂ ਵਿੱਚ ਇੱਦਾਂ ਹੋਊਗਾ। ਕਿੱਦਾਂ ਹੋਊਗਾ? ਇਹ ਉਹਦੀ ਕਿਰਪਾ ਦਾ ਜ਼ਿਕਰ ਆ। ਕਹਿੰਦਾ, ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ। ਪਰਮੇਸ਼ਵਰ ਜੀ ਆਪਣੇ ਆਤਮਾ ਦੇ ਵਿੱਚੋਂ ਸਾਰੇ ਸਰੀਰਾਂ ਦੇ ਉੱਤੇ ਵਹਾ ਦੇਣਗੇ। ਕਿਸ ਚੀਜ਼ ਨੂੰ? ਆਪਣੇ ਆਤਮਾ ਨੂੰ। ਪਰ ਬਹੁਤ ਸਾਰੇ ਲੋਕ ਆ ਉਹ ਚਰਚ ਦੇ ਵਿੱਚ ਆਉਂਦੇ ਆ, ਲੰਬੇ ਸਮੇਂ ਤੋਂ ਆ ਰਹੇ ਆ, ਪਰ ਉਹਨਾਂ ਦੇ ਉੱਤੇ ਪਰਮੇਸ਼ਵਰ ਜੀ ਦਾ ਆਤਮਾ ਨਹੀਂ ਕੰਮ ਕਰ ਰਿਹਾ। ਹਾਲੇ ਉਹਨਾਂ ਨੂੰ ਪਤਾ ਵੀ ਨਹੀਂ ਆ ਕਿ ਪਰਮੇਸ਼ਵਰ ਦਾ ਜਿਹੜਾ ਆਤਮਾ ਆ ਉਹਦੀ ਸਿਆਣ ਕੀ ਆ, ਉਹਦਾ ਸੁਭਾਅ ਕਿੱਦਾਂ ਦਾ, ਜਾਂ ਉਹਨੂੰ ਪਹਿਚਾਣਿਆ ਕਿੱਦਾਂ ਜਾਣਾ ਆ। ਉਹਨਾਂ ਨੂੰ ਹਾਲੇ ਇਸ ਚੀਜ਼ ਦਾ ਕੁਝ ਵੀ ਪਤਾ ਨਹੀਂ ਆ। ਜੇ ਇਸ ਚੀਜ਼ ਦਾ ਸਾਨੂੰ ਪਤਾ ਨਾ ਹੋਏ, ਉਸ ਚੀਜ਼ ਨੂੰ ਅਸੀਂ ਲੈ ਕਿੱਦਾਂ ਸਕਦੇ ਹਾਂ? ਆਪਾਂ ਜਦੋਂ ਘਰ ਦੇ ਵਿੱਚ ਕੋਈ ਚੀਜ਼ ਲਿਆਉਣੀ ਹੋਵੇ ਤਾਂ ਆਪਾਂ ਕਿਹੜੀ ਚੀਜ਼ ਲੈ ਕੇ ਆਉਂਦੇ ਆ? ਜਿਹਦੇ ਬਾਰੇ ਵਿੱਚ ਆਪਾਂ ਨੂੰ ਜਾਣਕਾਰੀ ਹੁੰਦੀ ਆ, ਉਹੀ ਚੀਜ਼ ਆਪਾਂ ਆਪਣੇ ਘਰ 'ਚ ਲੈ ਕੇ ਆਉਂਦੇ ਆ। ਜੇ ਇਸ ਕੰਮ ਬਾਰੇ ਆਪਾਂ ਨੂੰ ਜਾਣਕਾਰੀ ਹੁੰਦੀ, ਉਹੀ ਕੰਮ ਆਪਾਂ ਕਰਦੇ ਆ। ਅਸੀਂ ਚਾਹੁੰਦੇ ਆ ਪਰਮੇਸ਼ਵਰ ਦਾ ਆਤਮਾ ਸਾਡੇ ਅੰਗ ਸੰਗ ਹੋਏ, ਪਰਮੇਸ਼ਵਰ ਦਾ ਆਤਮਾ ਸਾਡੇ ਉੱਤੇ ਹੋਏ, ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਗੱਲਾਂ ਕਰੇ, ਪਰ ਅਸੀਂ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਕਰਨਾ ਚਾਹੁੰਦੇ। ਸਿਰਫ ਅਸੀਂ ਉਹਨੂੰ ਲੈਣਾ ਚਾਹੁੰਦੇ ਆ ਕਰਕੇ ਸਾਨੂੰ ਇਦਾਂ ਜਾਪਦਾ ਆ ਬਸ ਜਦੋਂ ਪਰਮੇਸ਼ਵਰ ਦਾ ਆਤਮਾ ਆ ਗਿਆ ਫਿਰ ਅਸੀਂ ਜਿਹੜੇ ਆ ਸ਼ਹਿਨशाह ਬਣ ਜਾਣਾ ਆ। ਸੱਚੀ ਗੱਲ ਆ, ਜਦੋਂ ਪਰਮੇਸ਼ਵਰ ਦਾ ਆਤਮਾ ਆ ਗਿਆ ਤੁਸੀਂ ਸ਼ਹਿਨशाह ਬਣ ਜਾਣਾ ਆ। ਕੋਈ ਝੂਠੀ ਗੱਲ ਨਹੀਂ ਆ ਇਹ। ਤੁਹਾਡੀ ਇਮੈਜੀਨੇਸ਼ਨ ਜਿਹੜੀ ਆ
ਤੁਹਾਡੀ ਕਲਪਨਾ ਜਿਹੜੀ ਆ ਉਹ ਬਿਲਕੁਲ ਸਹੀ ਆ। ਪਰ ਪਰਮੇਸ਼ਵਰ ਦੇ ਆਤਮਾ ਨੂੰ ਆਪਾਂ ਲੈਣਾ ਕਿਵੇਂ ਆ? ਪਰਮੇਸ਼ਵਰ ਜੀ ਨੇ ਤਾਂ ਪ੍ਰੋਮਿਸ ਕੀਤਾ, ਮੈਂ ਅੰਤਲੇ ਦਿਨਾਂ ਦੇ ਵਿੱਚ ਆਪਣੇ ਆਤਮਾ ਨੂੰ ਸਾਰੇ ਸਰੀਰਾਂ ਤੇ ਵਹਾ ਦਿਆਂਗਾ। ਕਿਹੜੇ ਸਾਰੇ ਸਰੀਰ ਆ? ਜਿਹੜੇ ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਹੋਣਗੇ, ਜਿਹੜੇ ਪਰਮੇਸ਼ਵਰ ਜੀ ਦੇ ਹੁਕਮਾਂ ਦੀ ਪਾਲਣਾ ਕਰਨਗੇ, ਪਰਮੇਸ਼ਵਰ ਦੇ ਸੁਭਾਅ ਦੇ ਵਿੱਚ ਰਹਿਣਗੇ, ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਜੀਣਗੇ। ਉਹਨਾਂ ਦੇ ਉੱਤੇ ਪਰਮੇਸ਼ਵਰ ਦਾ ਆਤਮਾ ਵਹਾ ਦਿੱਤਾ ਜਾਊਗਾ। ਤੁਸੀਂ ਸੋਚ ਕੇ ਦੇਖੋ, ਪਰਮੇਸ਼ਵਰ ਦਾ ਆਤਮਾ ਮਨੁੱਖਾਂ ਦੇ ਉੱਤੇ ਵਹਾ ਦਿੱਤਾ ਜਾਊਗਾ। ਬੜੀ ਜ਼ਬਰਦਸਤ ਗੱਲ ਆ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਆ ਕਿ ਪਰਮੇਸ਼ਵਰ ਦਾ ਆਤਮਾ, ਉਸ ਪਰਮੇਸ਼ਵਰ ਦਾ ਆਤਮਾ ਜਿਨੇ ਸਾਰੀ ਕਾਇਨਾਤ ਨੂੰ ਬਣਾਇਆ, ਪਰਮੇਸ਼ਵਰ ਆਪਣੇ ਉਸ ਆਤਮਾ ਨੂੰ ਜਿਹੜਾ ਸਾਰੀਆਂ ਗੱਲਾਂ ਦੇ ਲਈ ਜਾਣਕਾਰ ਆ, ਉਸ ਆਤਮਾ ਨੂੰ ਉਹ ਮਨੁੱਖਾਂ ਦੇ ਉੱਤੇ ਵਹਾ ਦੇਣ ਦੇ ਲਈ, ਡੋਲ ਦੇਣ ਦੇ ਲਈ, ਉਡੇਲ ਦੇਣ ਦੇ ਲਈ, ਲੱਦ ਦੇਣ ਦੇ ਲਈ, ਪਾ ਦੇਣ ਦੇ ਲਈ ਤਿਆਰ ਆ। ਉਸ ਤੋਂ ਕੀਮਤੀ ਇਸ ਕਾਇਨਾਤ ਦੇ ਵਿੱਚ ਕੁਝ ਨਹੀਂ ਆ। ਅਸੀਂ ਧਨ ਕਮਾ ਕੇ ਸੋਨਾ ਖਰੀਦ ਸਕਦੇ ਆ, ਹੀਰਿਆਂ ਦਾ ਹਾਰ ਵੀ ਖਰੀਦ ਸਕਦੇ ਆ, ਜ਼ਮੀਨਾਂ ਖਰੀਦ ਸਕਦੇ ਆ, ਪਰ ਅਸੀਂ ਧਨ ਦੇ ਜ਼ੋਰ ਨਾਲ, ਬਾਹਾਂ ਦੇ ਜ਼ੋਰ ਦੇ ਨਾਲ, ਰੁਤਬੇ ਦੇ ਜ਼ੋਰ ਦੇ ਨਾਲ ਪਰਮੇਸ਼ਵਰ ਦੇ ਆਤਮਾ ਨੂੰ ਕਦੀ ਵੀ ਖਰੀਦ ਨਹੀਂ ਸਕਦੇ। ਇੰਨਾ ਜ਼ਿਆਦਾ ਕੀਮਤੀ ਆ, ਇੰਨਾ ਜ਼ਿਆਦਾ ਕੀਮਤੀ ਆ ਕਿ ਅਗਰ ਕੋਈ ਇਸ ਧਰਤੀ ਦਾ ਸ਼ਹਿਨशाह ਜਿਹੜਾ ਕਹੇ ਵੀ ਮੈਂ 100 ਦੇਸ਼ ਦੇ ਉੱਤੇ ਦਾ ਮਾਲਕ ਆ, 100 ਦੇਸ਼ ਮੇਰੇ ਕੰਟਰੋਲ 'ਚ, ਤੇ ਮੈਂ 100 ਦੇਸ਼ ਨੂੰ ਵੇਚ ਕੇ ਪਰਮੇਸ਼ਵਰ ਦਾ ਆਤਮਾ ਲੈ ਲਵਾਂ, ਤੇ ਉਹਦਾ ਧਨ ਵੀ ਥੋੜਾ ਆ ਪਰਮੇਸ਼ਵਰ ਦਾ ਆਤਮਾ ਲੈਣ ਦੇ ਲਈ। ਇੰਨਾ ਕੀਮਤੀ ਆ ਪਰਮੇਸ਼ਵਰ ਦਾ ਆਤਮਾ। ਪਰ ਸਾਡੇ ਲਈ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ ਆ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸੱਦਿਆ ਆ, ਉਹਨਾਂ ਦੇ ਲਈ ਪਰਮੇਸ਼ਵਰ ਨੇ ਇੰਨਾ ਸੁਖਾਲਾ ਰਾਹ ਦਿੱਤਾ ਆ ਉਸ ਆਤਮਾ ਨੂੰ ਲੈਣ ਦੇ ਲਈ, ਜਿਸ ਆਤਮਾ ਨੂੰ ਇਸ ਧਰਤੀ ਦੇ ਸ਼ਹਿਨशाह ਪਾਤਸ਼ਾਹ ਵੀ ਨਹੀਂ ਪ੍ਰਾਪਤ ਕਰ ਸਕਦੇ, ਸਾਡੇ ਲਈ ਠਹਿਰਾਇਆ ਆ। ਔਰ ਉਹ ਰਾਹ ਆ ਆਗਿਆਕਾਰੀ ਕਰਨਾ, ਪਰਮੇਸ਼ਵਰ ਦੀ ਆਗਿਆਕਾਰੀ ਕਰਨਾ। ਅਗਰ ਅਸੀਂ ਅੱਜ ਤੋਂ ਹੀ ਇਹ ਮਨ ਬਣਾ ਲਈਏ ਕਿ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੀ ਆਗਿਆਕਾਰੀ ਕਰਾਂਗੇ, ਅੱਜ ਤੋਂ ਹੀ ਤੁਹਾਡੇ ਲਈ ਪਰਮੇਸ਼ਵਰ ਦੇ ਆਤਮਾ ਦਾ ਐਲਾਨ ਕਰ ਦਿੱਤਾ ਜਾਊਗਾ। ਔਰ ਜਿਵੇਂ ਜਿਵੇਂ ਤੁਸੀਂ ਉਸ ਆਗਿਆਕਾਰੀ ਦੇ ਵਿੱਚ ਸੰਪੰਨ ਹੁੰਦੇ ਜਾਓਗੇ, ਪੂਰੇ ਹੁੰਦੇ ਜਾਓਗੇ, ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰਨਾ ਸ਼ੁਰੂ ਕਰ ਦਿਓਗੇ, ਦੇਖਣਾ ਸ਼ੁਰੂ ਕਰ ਦਿਓਗੇ। ਔਰ ਜਦੋਂ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ, ਉਹ ਆਤਮਾ ਆਪ ਤੁਹਾਡੇ ਨਾਲ ਕਾਉਂਸਲਿੰਗ ਕਰੇਗਾ, ਆਪ ਗੱਲਬਾਤ ਕਰੇਗਾ, ਆਪ ਤੁਹਾਡੀ ਅਗਵਾਈ ਕਰੇਗਾ, ਡਿਵਾਈਨ ਹੈਲਪਰ ਬਣ ਕੇ ਤੁਹਾਨੂੰ ਹਰ ਸਮੱਸਿਆ ਚੋਂ ਬਾਹਰ ਕੱਢੇਗਾ ਯਿਸੂ ਦੇ ਨਾਮ ਦੇ ਵਿੱਚ। ਕੀ ਤੁਸੀਂ ਚਾਹੁੰਦੇ ਆ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਗੱਲਾਂ ਕਰੇ? ਤੁਸੀਂ ਚਾਹੁੰਦੇ ਆ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆ ਜਾਵੇ? ਕਿੰਨੇ ਜਣੇ ਚਾਹੁੰਦੇ ਆ? ਸਾਰੇ ਹੀ ਚਾਹੁੰਦੇ ਪ੍ਰਭੂ ਦੀ ਵਡਿਆਈ ਹੋਵੇ। ਫਿਰ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੀ ਚੱਲਣਾ ਪੈਣਾ ਹੈ। ਕੋਈ ਐਕਸਕਿਊਜ਼ ਨਹੀਂ। ਅਗਰ ਅਸੀਂ ਚਾਹੁੰਦੇ ਆ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਰਹੇ, ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਗੱਲਾਂ ਕਰੇ, ਪਰਮੇਸ਼ਵਰ ਦਾ ਆਤਮਾ ਸਾਡੇ ਦੁਆਰਾ ਕੰਮ ਕਰੇ, ਤਾਂ ਅੱਜ ਫਿਰ ਪਰਮੇਸ਼ਵਰ ਦੇ ਨਾਲ ਪ੍ਰੋਮਿਸ ਕਰ ਲਓ ਕਿ ਪ੍ਰਭੂ ਅੱਜ ਤੋਂ ਲਾ ਕੇ ਅਸੀਂ ਉਹੀ ਕੰਮ ਕਰਾਂਗੇ ਜਿਹੜੇ ਕੰਮ ਕਰਨ ਦੇ ਲਈ ਤੇਰਾ ਵਚਨ ਸਾਨੂੰ ਅਨੁਮਤੀ ਦਿੰਦਾ ਆ, ਜਿਹੜੇ ਕੰਮ ਕਰਨ ਦੀ ਪਰਮਿਸ਼ਨ ਸਾਨੂੰ ਵਰਡ ਆਫ ਗॉड ਦਿੰਦਾ ਆ। ਜਿਹੜਾ ਕੰਮ ਮਨਾ ਕਰ ਦਿੱਤਾ ਪਵਿੱਤਰ ਵਚਨ ਦੇ ਵਿੱਚ, ਉਹ ਆਪਾਂ ਨਹੀਂ ਕਰਨਾ। ਕਿੰਨੇ ਜਾਣੇ ਪ੍ਰੋਮਿਸ ਕਰਦੇ ਆ? ਮੇਰੇ ਨਾਲ ਕਿਸੇ ਨੇ ਨਹੀਂ ਕਰਨਾ, ਪਰਮੇਸ਼ਵਰ ਦੇ ਨਾਲ ਪ੍ਰੋਮਿਸ ਕਰਨਾ, ਕਿਉਂਕਿ ਤੁਹਾਡੇ ਹੱਥ ਦੇਖ ਕੇ ਮੈਨੂੰ ਨਹੀਂ, ਮੇਰੇ ਰੱਬ ਨੂੰ ਖੁਸ਼ੀ ਹੁੰਦੀ ਆ। ਹਾਲੇਲੂਇਆ। ਜਦੋਂ ਅਸੀਂ ਇੱਕ ਕਦਮ ਚੰਗੇ ਕੰਮ ਦੇ ਲਈ ਪਰਮੇਸ਼ਵਰ ਦੇ ਵੱਲ ਨੂੰ ਵਧਾਉਂਦੇ ਆ ਕਿ ਅਸੀਂ ਚੰਗੇ ਬਣਨਾ ਆ,
परमेश्वर 10 कदम तुहानू खिंच के उस काम वल नू लै तुरदे आ। ਉਹ ਸਾਡਾ ਬਲ ਆ, ਉਹ ਸਾਡਾ ਜ਼ੋਰ ਆ, ਉਹ ਸਾਡੀ ਫਤਿਹ ਆ ਤੇ ਉਹ ਸਾਡੀ ਫਤਿਹ ਦਾ ਸਿੰਘ ਆ। ਤੁਸੀਂ ਅੱਜ ਇਰਾਦਾ ਕਰੋਗੇ ਕਿ ਮੈਂ ਕੋਈ ਉਹ ਕੰਮ ਨਹੀਂ ਕਰਨਾ ਜਿਹੜਾ ਪਰਮੇਸ਼ਵਰ ਮੈਨੂੰ ਅਨੁਮਤੀ ਨਹੀਂ ਦਿੰਦੇ, ਜਿਹਦੀ ਆਗਿਆ ਮੈਨੂੰ ਨਹੀਂ ਮਿਲੀ। ਪਰਮੇਸ਼ਵਰ ਤੁਹਾਡੀ ਆਪ ਮਦਦ ਕਰਨਗੇ ਉਹਨਾਂ ਕੰਮਾਂ ਨੂੰ ਛੱਡਣ ਦੇ ਵਿੱਚ। ਤੁਸੀਂ ਅੱਜ ਇਰਾਦਾ ਕਰੋ ਕਿ ਅਸੀਂ ਪਰਮੇਸ਼ਵਰ ਜੀ ਦੇ ਕੰਮਾਂ ਨੂੰ ਕਰਨਾ, ਜਿਹੜੇ ਕੰਮ ਕਰਨ ਦੇ ਲਈ ਪਰਮੇਸ਼ਵਰ ਨੇ ਸਾਨੂੰ ਘੱਲਿਆ। ਪਰਮੇਸ਼ਵਰ ਤੁਹਾਡੀ ਆਪ ਮਦਦ ਕਰਨਗੇ ਉਹਨਾਂ ਕੰਮਾਂ ਨੂੰ ਪੂਰੀਆਂ ਕਰਨ ਦੇ ਵਿੱਚ ਜਿਹੜੇ ਪਰਮੇਸ਼ਵਰ ਤੁਹਾਡੇ ਤੋਂ ਲੈਣਾ ਚਾਹੁੰਦੇ ਆ। ਅਗਰ ਕੁਝ ਸਾਡੇ ਕੋਲੋਂ ਛੁੱਟ ਨਹੀਂ ਹੋ ਰਿਹਾ, ਉਹਦੇ ਵਿੱਚ ਢਿੱਲ ਪਰਮੇਸ਼ਵਰ ਦੇ ਵੱਲੋਂ ਨਹੀਂ, ਸਾਡੇ ਵੱਲੋਂ ਅਸੀਂ ਫੜਿਆ ਹੋਇਆ ਆ ਉਹਨੂੰ। ਕਿਸੇ ਦਾ ਗੁੱਸੇ ਵਾਲਾ ਸੁਭਾਅ ਹੋ ਸਕਦਾ ਉਹ ਨਾ ਜਾ ਰਿਹਾ ਹੋਏ, ਉਹਨੂੰ ਗੱਲ ਗੱਲ ਤੇ ਗੁੱਸਾ ਆਉਂਦਾ ਹੋਵੇ, ਕਿਸੇ ਨੂੰ ਨਸ਼ੇ ਨਾ ਛੁੱਟ ਰਹੇ ਹੋਣ ਜਾਂ ਹੋਰ ਕਈ ਚੀਜ਼ਾਂ ਹੋ ਸਕਦੀਆਂ। ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ, ਸਮਰਪਿਤ ਕਰ ਦਿਓ ਪਰਮੇਸ਼ਵਰ ਦੇ ਅੱਗੇ, ਛੱਡ ਦਿਓ। ਪ੍ਰਭੂ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ, ਅੱਜ ਤੋਂ ਮੈਂ ਇਹ ਨਸ਼ਾ ਨਹੀਂ ਕਰਾਂਗਾ, ਚਾਹੇ ਇਹ ਨਸ਼ਾ ਕਰਨ ਦੇ ਨਾਲ ਮੈਨੂੰ ਕੋਈ ਦਿੱਕਤ ਆਵੇ ਜਾਂ ਨਾ ਆਵੇ, ਪਰ ਮੈਂ ਨਹੀਂ ਕਰਾਂਗਾ। ਪਿੱਛੇ ਹੋ ਜਾਓ, ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ, ਕੋਈ ਪਰੇਸ਼ਾਨੀ ਨਹੀਂ ਆਉਣੀ। ਪਰਮੇਸ਼ਵਰ ਨੇ ਆਪ ਤੁਹਾਡੀ ਮਦਦ ਕਰ ਦੇਣੀ, ਕਿਉਂਕਿ ਤੁਸੀਂ ਆਪਣਾ ਆਪ ਕਿਹਦੇ ਹੱਥਾਂ ਵਿੱਚ ਦੇ ਦਿੱਤਾ ਆ? ਪਰਮੇਸ਼ਵਰ ਦੇ ਹੱਥਾਂ ਦੇ ਵਿੱਚ। ਹੀਰਾ ਕੋਲਿਆਂ ਦੀ ਖਾਨ ਦੇ ਵਿੱਚ ਪਿਆ ਹੁੰਦਾ, ਪੱਥਰਾਂ ਹੇਠਾਂ ਦੱਬਿਆ, ਕੋਲੇ ਦੇ ਹੇਠਾਂ ਦੱਬਿਆ, ਸਵਾਹ ਹੇਠਾਂ ਦੱਬਿਆ, ਧਰਤੀ ਦੀਆਂ ਗਹਿਰਾਈਆਂ ਦੇ ਵਿੱਚ। ਜਦੋਂ ਉਹਨੂੰ ਕੱਢਿਆ ਜਾਂਦਾ ਆ, ਉਹ ਉਸੇ ਤਰ੍ਹਾਂ ਉਹਦੀ ਚਮਕ ਨਹੀਂ ਹੁੰਦੀ ਜਿਸ ਤਰੀਕੇ ਦੀ ਚਮਕ ਸਾਨੂੰ ਬਾਅਦ ਚੋਂ ਨਜ਼ਰ ਆਉਂਦੀ ਆ। ਉਹ ਅਸਲ ਵਿੱਚ ਉਹਦੀ ਕੀਮਤ ਕਦੋਂ ਜਾ ਕੇ ਬਣਦੀ ਆ? ਜਦੋਂ ਕਾਰੀਗਰ ਦੇ ਹੱਥਾਂ ਦੇ ਵਿੱਚ ਆ ਜਾਂਦਾ ਆ, ਜਦੋਂ ਉਹਦੇ ਹੱਥਾਂ ਵਿੱਚ ਆ ਜਾਂਦਾ, ਜਿਹਨੂੰ ਉਹਦੀ ਸਿਆਣ ਆ, ਜਿਹੜਾ ਉਹਨੂੰ ਢਾਲ ਸਕਦਾ ਕਿਸੇ ਰੂਪ ਵਿੱਚ, ਕਿਸੇ ਆਕਾਰ ਦੇ ਵਿੱਚ, ਉਦੋਂ ਉਸ ਹੀਰੇ ਦੀ ਕਦਰ ਪੈ ਜਾਂਦੀ। ਅਦਰਵਾਈਜ਼ ਜੇਕਰ ਹੀਰਾ ਆਪਣੀ ਅਸਲੀ ਫਾਰਮ ਦੇ ਵਿੱਚ ਪਿਆ ਹੋਇਆ ਸਾਨੂੰ ਕਿਤੇ ਮਿਲ ਜਾਵੇ, ਮੇਰੇ ਖਿਆਲ ਆਪਾਂ ਚੱਕਣਾ ਵੀ ਨਹੀਂ, ਆਪਾਂ ਨੂੰ ਉਹਦੀ ਸਿਆਣ ਹੀ ਨਹੀਂ ਹੋਣੀ। ਪਰ ਜਦੋਂ ਉਹ ਤਰਾਸ਼ਿਆ ਜਾਂਦਾ ਆ, ਨਿਕਾਸ਼ਿਆ ਜਾਂਦਾ ਆ, ਫਿਰ ਅਸੀਂ ਉਸ ਨੂੰ ਪ੍ਰਾਪਤ ਕਰਨ ਦੇ ਲਈ ਕਿੰਨਾ ਧਨ ਜੋੜ ਕੇ ਉਸ ਕਾਰੀਗਰ ਨੂੰ ਦਿੰਨੇ ਆ ਕਿ ਸਾਨੂੰ ਦੇ ਦੇ। ਇਸੇ ਤਰ੍ਹਾਂ ਅਸੀਂ ਇਸ ਸੰਸਾਰ ਦੇ ਚਿੱਕੜ ਦੇ ਵਿੱਚ ਆ, ਇਸ ਸੰਸਾਰ ਦੀ ਗੰਦਗੀ ਦੇ ਵਿੱਚ ਆ, ਇਸ ਸੰਸਾਰ ਦੇ ਪਾਪ ਦੇ ਵਿੱਚ ਆ, ਲਿਬੜੇ ਹੋਏ ਆ। ਹਾਲੇ ਸਾਡੇ ਅੰਦਰ ਜਿਹੜਾ ਚਾਨਣ ਆ, ਜਿਸ ਚਾਨਣ ਦੇ ਲਈ ਸਾਨੂੰ ਪਰਮੇਸ਼ਵਰ ਨੇ ਚੁਣਿਆ, ਉਹ ਹੋਰਾਂ ਨੂੰ ਨਜ਼ਰ ਆਉਂਦਾ ਨਹੀਂ। ਪਰ ਜਦੋਂ ਅਸੀਂ ਉਸ ਕਾਰੀਗਰ ਦੇ ਹੱਥ ਵਿੱਚ ਚਲੇ ਜਾਈਏ, ਜਿਸ ਕਾਰੀਗਰ ਨੂੰ ਸਾਡਾ ਪਤਾ ਆ ਕਿ ਉਹ ਸਾਨੂੰ ਕਿੱਦਾਂ ਚੰਗੇ ਰੂਪ 'ਚ ਢਾਲ ਸਕਦਾ ਆ, ਕਿੱਦਾਂ ਸਾਨੂੰ ਸਹੀ ਆਕਾਰ ਦੇ ਸਕਦਾ, ਫਿਰ ਇਸੇ ਹੀ ਜਿਹੜਾ ਕੋਲਾ ਆ ਨਾ, ਇਹਨੂੰ ਹੀਰਾ ਬਣਾ ਕੇ ਉਹਨੇ ਸਾਹਮਣੇ ਰੱਖ ਦੇਣਾ ਆ। ਇਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇ ਦਿਓ, ਉਹਦੇ ਨਾਲੋਂ ਵਧੀਆ ਕਾਰੀਗਰ ਕੋਈ ਨਹੀਂ ਆ। ਉਹ ਸਾਡਾ ਮੁੱਲ ਪਾਉਂਦਾ ਆ, ਔਰ ਇੰਨਾ ਮੁੱਲ ਜ਼ਬਰਦਸਤ ਉਹਨੇ ਸਾਡਾ ਪਾਇਆ ਕਿ ਸੰਸਾਰ ਦਾ ਕੋਈ ਵਿਅਕਤੀ ਸਾਡਾ ਮੁੱਲ ਨਹੀਂ ਪਾ ਸਕਦਾ। ਆਪਣੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਦੇ ਕੇ ਉਹਨੇ ਸਾਨੂੰ ਮੁੱਲ ਖਰੀਦ ਲਿਆ। ਪਾਪ ਦੇ ਹੱਥੋਂ, ਬੁਰਾਈ ਦੇ ਹੱਥੋਂ, ਸਰਾਪ ਦੇ ਹੱਥੋਂ ਉਹਨੇ ਸਾਨੂੰ ਖਰੀਦ ਲਿਆ। ਹੁਣ ਕੋਈ ਹੋਰ ਇਹੋ ਜਿਹਾ ਲਹੂ ਨਹੀਂ ਆ ਜਿਹੜਾ ਸਾਨੂੰ ਖਰੀਦ ਸਕੇ। ਹਾਲੇਲੂਇਆ। ਔਰ ਪਰਮੇਸ਼ਵਰ ਦਾ ਪ੍ਰੋਮਿਸ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਮੁੱਲ ਖਰੀਦੇ ਗਏ ਆ ਕਿ ਮੈਂ ਆਪਣਾ ਆਤਮਾ ਉਹਨਾਂ ਦੇ ਉੱਤੇ ਵਹਾ ਦਿਆਂਗਾ। ਫਿਰ ਉਹਦੇ ਵਿੱਚ ਕੋਈ ਉਮਰ ਦੀ ਲਿਮਿਟ ਨਹੀਂ ਦਿੱਤੀ ਗਈ ਕਿ ਉਹ ਜਿਹੜੇ ਆ ਉਹ ਬਜ਼ੁਰਗ ਹੀ ਹੋਣਗੇ, ਕਿ ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ, ਤਜਰਬਾ ਜ਼ਿਆਦਾ। ਪਰ ਉਹ ਕੀ ਕਹਿੰਦਾ? ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ। ਤੁਹਾਡੇ ਪੁੱਤਰ ਔਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ। ਅਗੰਮ ਵਾਕ ਮੀਨਸ ਆਉਣ ਵਾਲੇ ਸਮੇਂ ਦੇ, ਆਉਣ ਵਾਲੇ ਸਮੇਂ ਦੀਆਂ ਗੱਲਾਂ ਉਹ ਕਰਨਗੇ ਕਿ ਹੁਣ ਏਦਾਂ ਹੋਣ ਵਾਲਾ ਆ, ਹੁਣ ਏਦਾਂ ਹੋਣ ਵਾਲਾ ਆ। ਪਰਮੇਸ਼ਵਰ ਦਾ ਆਤਮਾ ਆਪਣੇ ਲਈ ਇਸ ਲਈ ਦਿੱਤਾ ਗਿਆ ਕਿ ਅਸੀਂ ਆਉਣ ਵਾਲੀਆਂ ਤਬਾਹੀਆਂ ਤੋਂ ਸੁਚੇਤ ਹੋ ਜਾਈਏ।
ਆਉਣ ਵਾਲੇ ਸਮੇਂ 'ਚ ਹੋਣ ਵਾਲੇ ਭਿਆਨਕ ਕੰਮਾਂ ਤੋਂ ਸੁਚੇਤ ਹੋ ਜਾਈਏ। ਕਹਿੰਦਾ ਸਭਨਾਂ ਗੱਲਾਂ ਦੇ ਵਿਖੇ ਉਹ ਤੁਹਾਡੀ ਅਗਵਾਈ ਕਰੇਗਾ। ਸਾਰੀਆਂ ਗੱਲਾਂ ਦੇ ਵਿੱਚ ਉਹਨੇ ਸਾਡੀ ਅਗਵਾਈ ਕਰਨੀ ਵੀ ਆ ਤੂੰ ਕਰੀ ਤੇ ਆ ਤੂੰ ਨਾ ਕਰੀ। ਜਦੋਂ ਅਸੀਂ ਗਲਤ ਕਰਨ ਲੱਗਣਾ ਉਹਨੇ ਕਹਿਣਾ ਇੱਦਾਂ ਨਾ ਕਰੀ। ਜਦੋਂ ਅਸੀਂ ਠੀਕ ਕਰਨ ਲੱਗਣਾ ਉਹਨੇ ਸਾਨੂੰ ਹੱਲਾਸ਼ੇਰੀ ਦੇਣੀ, ਉਹਨੇ ਕਹਿਣਾ ਕਰ ਲਾ ਇਹੀ ਤੇਰੇ ਲਈ ਸਹੀ ਆ। ਪਰ ਅਸੀਂ ਉਹਦੀ ਸਿਆਣ ਕਿੱਦਾਂ ਕਰਨੀ ਆ? ਜੇ ਅਸੀਂ ਵਚਨ ਨੂੰ ਪੜਾਂਗੇ ਤਾਂ ਅਸੀਂ ਪਵਿੱਤਰ ਆਤਮਾ ਨੂੰ ਸਿਆਣ ਸਕਣਾ। ਮੇਰੇ ਦੱਸਣ ਨਾਲ ਤੁਹਾਨੂੰ ਉਹਦੀ ਸਮਝ ਨਹੀਂ ਆਉਣੀ, ਨਾ ਕਿਸੇ ਹੋਰ ਦੇ ਸਮਝਾਉਣ ਨਾਲ ਤੁਹਾਨੂੰ ਸਮਝ ਆਉਣੀ। ਜਦੋਂ ਤੱਕ ਪਰਮੇਸ਼ਵਰ ਦਾ ਵਚਨ ਤੁਹਾਡੇ ਉੱਤੇ ਚਾਨਣ ਨਾ ਪਾ ਦੇ, ਉਦੋਂ ਤੱਕ ਤੁਸੀਂ ਪਵਿੱਤਰ ਆਤਮਾ ਨੂੰ ਸਿਆਣ ਨਹੀਂ ਸਕਦੇ। ਇਸ ਲਈ ਪਰਮੇਸ਼ਵਰ ਦਾ ਵਚਨ ਅੱਜ ਤੁਹਾਡੇ ਹੱਥਾਂ ਵਿੱਚ ਆ, ਇਹਨੂੰ ਆਪਣੇ ਅੰਦਰ ਲੈ ਲਵੋ। ਇੰਨਾ ਕਿ ਇਹਨੂੰ ਆਪਣੇ ਅੰਦਰ ਲੈ ਲਵੋ ਕਿ ਆਪਣੇ ਧੀਆਂ ਪੁੱਤਰਾਂ ਨੂੰ ਤੁਸੀਂ ਮੂੰਹ ਜ਼ਬਾਨੀ ਸਾਰਾ ਵਚਨ ਜਿਹੜਾ ਆ ਸਮਝਾ ਸਕੋ। ਇੰਨਾ ਵਚਨ ਤੁਹਾਡੇ ਅੰਦਰ ਸਟੋਰ ਹੋ ਜਾਣਾ ਚਾਹੀਦਾ ਆ। ਇਸ ਤੋਂ ਪਹਿਲਾਂ ਕਿ ਉਹ ਸਮਾਂ ਬਾਕੀ ਨਾ ਰਹੇ ਕਿ ਸਾਡੇ ਬੱਚੇ ਕਿਤਿਓਂ ਬਾਈਬਲ ਲੈਣ ਦੇ ਲਈ ਤਰਸਣ, ਇਸ ਸਮੇਂ ਨੂੰ ਕੈਸ਼ ਕਰ ਲਓ, ਇਸ ਸਮੇਂ ਦਾ ਲੁਤਫ ਉਠਾ ਲਓ, ਵਚਨ ਨੂੰ ਆਪਣੇ ਅੰਦਰ ਭਰ ਲਵੋ ਔਰ ਪਰਮੇਸ਼ਵਰ ਨੂੰ ਕਹਿਣਾ ਸ਼ੁਰੂ ਕਰੋ, ਪ੍ਰਭੂ ਤੇਰਾ ਆਤਮਾ ਮੇਰੇ ਉੱਤੇ ਵਹਿ ਜਾਵੇ, ਤੇਰਾ ਆਤਮਾ ਮੇਰੇ ਧੀਆਂ ਪੁੱਤਰਾਂ ਦੇ ਉੱਤੇ ਵਹਿ ਜਾਵੇ। ਕਿਉਂਕਿ ਪਰਮੇਸ਼ਵਰ ਦੇ ਆਤਮਾ ਨੂੰ ਪਰਮੇਸ਼ਵਰ ਦਾ ਇੱਕ ਇੱਕ ਵਚਨ ਚੇਤੇ ਆ, ਉਹਨੂੰ ਕੁਛ ਨਹੀਂ ਭੁੱਲਿਆ। ਸਾਡੀ ਮੈਮਰੀ ਭੁੱਲ ਸਕਦੀ ਆ, ਸਾਡੀ ਯਾਦਾਸ਼ਤ ਚੋਂ ਨਿਕਲ ਸਕਦਾ, ਪਰਮੇਸ਼ਵਰ ਦੇ ਆਤਮਾ ਦੀ ਯਾਦਾਸ਼ਤ ਬਹੁਤ ਤਕੜੀ, ਉਹ ਚੋਂ ਕੁਛ ਨਹੀਂ ਨਿਕਲਣਾ। ਇਸ ਲਈ ਪਰਮੇਸ਼ਵਰ ਦੇ ਆਤਮਾ ਦਾ ਸਾਡੇ ਉੱਤੇ ਹੋਣਾ, ਸਾਡੇ ਕੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਦੁੱਖ ਸੁੱਖ ਆਉਂਦੇ ਜਾਂਦੇ ਰਹਿਣੇ ਆ, ਦੁੱਖਾਂ 'ਚ ਰਹਿਣਾ ਰੀਅਲੀ ਔਖਾ ਆ, ਬਹੁਤ ਔਖਾ ਆ। ਮੈਂ ਤੁਹਾਡੇ ਦੁੱਖਾਂ ਨੂੰ ਨਾ ਥੋੜਾ ਕਹਿੰਨੀ ਆ ਨਾ ਝੂਠਾ ਕਹਿੰਨੀ ਆ, ਪਰ ਦੁੱਖਾਂ ਦਾ ਹੋਣਾ, ਸੁੱਖਾਂ ਦਾ ਹੋਣਾ, ਜਿੰਦੇ ਹੋਣਾ ਪ੍ਰਤੀਤ ਆ ਕਿ ਅਸੀਂ ਜੀਂਦੇ ਆ। ਜਦੋਂ ਮਰ ਜਾਂਦੇ ਆ ਫਿਰ ਦੁੱਖ ਵੀ ਮੁੱਕ ਗਏ, ਸੁੱਖ ਵੀ ਮੁੱਕ ਗਏ ਇਸ ਜਿਸਮ ਦੇ ਲਈ। ਫਿਰ ਤਾਂ ਉਦੋਂ ਜਾ ਕੇ ਪਤਾ ਲੱਗਣਾ ਵੀ ਦੁੱਖ ਵਿੱਚ ਜਾਂਦੇ ਆ ਕਿ ਸੁੱਖ ਵਿੱਚ ਜਾਂਦੇ, ਜਦੋਂ ਤੁਰੀਆਂ ਫੂਕੀਆਂ ਜਾਣੀਆਂ ਤੇ ਮੁਰਦੇ ਜਿਹੜੇ ਆ ਉਹ ਉਠਾ ਲਏ ਜਾਣੇ ਆ ਨਿਆਂ ਦੇ ਦਿਨ ਵਾਸਤੇ, ਅੱਧੇ ਸੱਜੇ ਤੇ ਅੱਧੇ ਖੱਬੇ ਕੀਤੇ ਜਾਣੇ। ਫਿਰ ਖੱਬੇ ਵਾਲਿਆਂ ਨੂੰ ਪਤਾ ਲੱਗੂ ਦੁੱਖ ਕੀ ਹੁੰਦਾ ਤੇ ਸੱਜੇ ਵਾਲਿਆਂ ਨੂੰ ਪਤਾ ਲੱਗੂ ਵੀ ਸੁੱਖ ਕੀ ਹੁੰਦਾ। ਇਸ ਜਿਸਮ ਦੇ ਦੁੱਖਾਂ ਤੇ ਸੁੱਖਾਂ ਦੇ ਚੱਕਰ ਚੋਂ ਨਿਕਲ ਆਓ। ਹੁਣ ਉਸ ਚੱਕਰ ਚੋਂ ਬਚਣ ਦੇ ਲਈ ਤਿਆਰ ਹੋ ਜਾਓ, ਜਿਸ ਚੱਕਰ ਦੇ ਵਿੱਚ ਵੈਰੀ ਆਪਾਂ ਨੂੰ ਧੱਕਣਾ ਚਾਹੁੰਦਾ ਆ, ਜਿਸ ਚੱਕਰਵਿਊਹ ਦੇ ਵਿੱਚ ਉਹ ਫਸਾ ਕੇ ਆਪਾਂ ਨੂੰ ਨਾਸ਼ ਕਰਨਾ ਚਾਹੁੰਦਾ, ਉਸ ਚੱਕਰਵਿਊਹ ਤੋਂ ਬਾਹਰ ਆਉਣ ਦੀ ਜ਼ਰੂਰਤ ਆ। ਔਰ ਉਹਦੇ ਤੋਂ ਸਿਰਫ ਆਪਾਂ ਨੂੰ ਬਚਾ ਸਕਦਾ ਪਰਮੇਸ਼ਵਰ ਦਾ ਆਤਮਾ। ਸਿਰਫ ਤੁਹਾਨੂੰ ਜਿਸਮਾਨੀ ਚੰਗਿਆਈ ਦੇਣ ਦੇ ਲਈ ਪਰਮੇਸ਼ਵਰ ਜੀ ਨੇ ਇਸ ਚਰਚ ਵਿੱਚ ਨਹੀਂ ਸੱਦਿਆ। ਮੈਂ ਤੁਹਾਨੂੰ ਦੱਸ ਦਿਆਂ, ਪਰਮੇਸ਼ਵਰ ਜੀ ਤੁਹਾਡੀ ਰੂਹ ਨੂੰ ਨਾਸ਼ ਹੋਣ ਤੋਂ ਬਚਾਉਣਾ ਚਾਹੁੰਦੇ, ਇਸ ਲਈ ਪਰਮੇਸ਼ਵਰ ਨੇ ਤੁਹਾਨੂੰ ਸੰਸਾਰ ਚੋਂ ਵੱਖਰੇ ਕੀਤਾ ਹੈ। ਤੇ ਜਿਸ ਕੰਮ ਦੇ ਲਈ ਪਰਮੇਸ਼ਵਰ ਨੇ ਸਾਨੂੰ ਸੰਸਾਰ ਚੋਂ ਵੱਖਰੇ ਕੀਤਾ, ਉਹ ਕੰਮ ਦਾ ਪੂਰਾ ਹੋਣਾ ਬਹੁਤ ਲਾਜ਼ਮੀ ਆ। ਕਹਿੰਦਾ ਤੁਹਾਡੇ ਜਵਾਨ ਦਰਸ਼ਨ ਵੇਖਣਗੇ, ਸੋ ਜਵਾਨਾਂ ਦੇ ਲਈ ਵੀ ਪਰਮੇਸ਼ਵਰ ਦਾ ਆਤਮਾ ਤਿਆਰ ਆ। ਵਚਨ 'ਚ ਲਿਖਿਆ, ਹੇ ਜਵਾਨ ਆਪਣੇ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ। ਕਿਉਂ ਕਹਿੰਦਾ ਕਿ ਆਪਣੀ ਜਵਾਨੀ ਦੇ ਵਿੱਚ ਆਪਣੇ ਪਰਮੇਸ਼ਵਰ ਨੂੰ ਚੇਤੇ ਰੱਖ? ਕਿਤੇ ਇਉਂ ਨਾ ਹੋਵੇ ਵੀ ਜਵਾਨੀ ਦੇ ਜੋਸ਼ ਵਿੱਚ ਤੂੰ ਸੰਸਾਰ ਵਾਲੇ ਪਾਪ ਕਰ ਬੈਠੇ ਤੇ ਤੇਰਾ ਰੂਹ ਜਿਹੜਾ ਆ ਉਹ ਨਾਸ਼ ਹੋ ਜਾਵੇ। ਉਹ ਜਵਾਨੀ ਦੇ ਗੁਨਾਹਾਂ ਤੋਂ ਸਾਨੂੰ ਸੰਭਾਲਣਾ ਚਾਹੁੰਦਾ, ਇਸ ਲਈ ਉਹ ਕਹਿੰਦਾ ਆ, ਹੇ ਜਵਾਨ ਆਪਣੇ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ। ਫਿਰ ਕਹਿੰਦਾ ਜਵਾਨ ਆਪਣੀ ਚਾਲ ਨੂੰ ਸਿੱਧਿਆਂ ਕਿੱਦਾਂ ਰੱਖੇ? ਕਹਿੰਦਾ ਤੇਰੇ ਵਚਨ ਦੇ ਦੁਆਰਾ। ਇੱਕ ਨੌਜਵਾਨ ਆਪਣੀ ਜਵਾਨੀ ਦੇ ਵਿੱਚ ਪਰਮੇਸ਼ਵਰ ਦੇ ਵਚਨ ਨੂੰ ਪੜ੍ਹੇ, ਫਿਰ ਉਹ ਜਾਣ ਲੈਂਦਾ ਆ ਕਿ ਪਾਪ ਕੀ ਆ ਤੇ ਭਲਾਈ ਕੀ ਆ। ਜਦੋਂ ਉਹ ਸੁਚੇਤ ਹੋ ਜਾਂਦਾ ਫਿਰ ਉਹ ਪਾਪ ਨਹੀਂ ਕਰਦਾ, ਫਿਰ ਉਹਦੀ ਚਾਲ ਸਿੱਧੀ ਰਹਿੰਦੀ ਹੈ। ਇਸ ਲਈ ਜਿਹੜੇ ਜਵਾਨ ਆਪਣੀ ਜਵਾਨੀ 'ਚ ਪਰਮੇਸ਼ਵਰ ਨੂੰ ਚੇਤੇ ਰੱਖਦੇ ਆ, ਪਰਮੇਸ਼ਵਰ ਦਾ ਆਤਮਾ ਉਹਨਾਂ ਦੇ ਲਈ ਤਿਆਰ ਆ। ਉਹ ਪਰਮੇਸ਼ਵਰ ਦੇ ਆਤਮਾ ਨੂੰ ਆਪਣੇ ਉੱਤੇ ਲੈ ਸਕਦੇ ਆ। ਹਾਲੇਲੂਇਆ। ਕਹਿੰਦਾ ਤੁਹਾਡੇ ਬੁੱਢੇ ਸੁਪਨੇ ਵੇਖਣਗੇ।
ਕਿਹੜੇ ਸੁਪਨੇ ਬਈ ਵੈਰੀ ਆਣ ਕੇ ਤੁਹਾਨੂੰ ਦੱਬੇ ਪਾਈ ਜਾਂਦਾ ਸੁਪਨੇ 'ਚ। ਤੁਹਾਡੇ ਬੁੱਢੇ ਸੁਪਨੇ ਵੇਖਣਗੇ ਜਿਹੜੇ ਪਰਮੇਸ਼ਵਰ ਦੇ ਵੱਲੋਂ ਹੋਣਗੇ ਕਿ ਐਦਾਂ ਨਹੀਂ, ਐਦਾਂ ਕਰ ਲੋ, ਐਦਾਂ ਹੋਣ ਵਾਲਾ। ਪਰਮੇਸ਼ਵਰ ਦੇ ਆਤਮਾ ਉਹਨਾਂ ਨੂੰ, ਜਿਹੜਾ ਪਰਮੇਸ਼ਵਰ ਦਾ ਆਤਮਾ ਹੈ, ਉਹਨਾਂ ਦੇ ਸੁਪਨਿਆਂ ਦੇ ਵਿੱਚ ਆਣ ਕੇ ਸਾਡੇ ਲਈ ਸੁਨੇਹੇ ਦੇਵੇਗਾ। ਐਦਾਂ ਨਹੀਂ ਵੀ ਹੁਣ ਆਪਾਂ ਹੱਥੀਂ ਨਹੀਂ ਕੋਈ ਕੰਮ ਕਰ ਸਕਦੇ ਤੇ ਪਰਮੇਸ਼ਵਰ ਦੇ ਆਤਮਾ ਨੇ ਸਾਡੇ ਨਾਲ ਗੱਲ ਨਹੀਂ ਕਰਨੀ, ਬੁੱਢੇ ਹੋ ਗਏ ਆ। ਕਹਿੰਦਾ ਤੂੰ ਧੌਲਿਆਂ ਤਿੱਕਰ ਮੈਨੂੰ ਸੰਭਾਲੇਗਾ। ਉਹ ਬੁਢਾਪੇ ਦੇ ਵਿੱਚ ਵੀ ਤੁਹਾਡੇ ਅੰਗ ਸੰਗ ਆ, ਤੁਹਾਡਾ ਮਦਦਗਾਰ ਆ, ਤੁਹਾਡੀ ਪਾਲਣਾ ਕਰਨ ਦੇ ਲਈ ਤਿਆਰ ਆ। ਸੋ ਬੁਢਾਪੇ ਵਿੱਚ ਵੀ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆ ਸਕਦਾ ਆ, ਤੁਸੀਂ ਲੈ ਸਕਦੇ ਆ। ਬਸ ਆਪਣੀ ਚਾਲ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿਓ, ਆਪਣੀਆਂ ਡੋਰਾਂ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿਓ। ਜਿਹੜੀ ਆਪਾਂ ਨਫ਼ਰਤ ਕਰਦੇ ਆ ਆਪਣੇ ਗੁਆਂਢੀਆਂ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਆਪਣੇ ਭੈਣਾਂ ਭਰਾਵਾਂ ਦੇ ਨਾਲ, ਤੁਸੀਂ ਸੋਚੋ ਜੇ ਆਪਾਂ ਮਰ ਗਏ ਕਿ ਉਹ ਨਫ਼ਰਤ ਆਪਾਂ ਨੂੰ ਸਵਰਗ ਨੂੰ ਲੈ ਕੇ ਜਾ ਸਕਦੀ ਆ? ਤੇ ਜਿਹੜੀ ਚੀਜ਼ ਆਪਾਂ ਨੂੰ ਸਵਰਗ ਨਹੀਂ ਲੈ ਕੇ ਜਾ ਸਕਦੀ, ਫਿਰ ਆਪਾਂ ਨੂੰ ਛੱਡ ਦੇਣੀ ਚਾਹੀਦੀ ਆ। ਸਾਨੂੰ ਸਿਰਫ ਉਹੀ ਕੰਮ ਕਰਨੇ ਚਾਹੀਦੇ ਜਿਹੜੇ ਸਵਰਗ ਨੂੰ ਲੈ ਕੇ ਜਾਣ। ਰੋਟੀ ਖਾਣਾ ਪਾਪ ਨਹੀਂ ਆ, ਅਸੀਂ ਰੋਟੀ ਖਾ ਕੇ ਸਵਰਗ ਨੂੰ ਜਾ ਸਕਦੇ ਹਾਂ, ਪਰ ਲੜਾਈ ਕਰਨਾ ਪਾਪ ਆ। ਲੜਾਈ ਕਰਕੇ ਅਸੀਂ ਸਵਰਗ ਨੂੰ ਨਹੀਂ ਜਾ ਸਕਦੇ, ਇਸ ਕਰਕੇ ਸਾਨੂੰ ਲੜਾਈ ਨਹੀਂ ਕਰਨੀ ਚਾਹੀਦੀ। ਆਪਣੀ ਕਮਾ ਕੇ ਖਾਓਗੇ ਸਵਰਗ ਨੂੰ ਜਾਓਗੇ, ਕਿਸੇ ਦੀ ਖੋ ਕੇ ਖਾਓਗੇ ਤਾਂ ਨਰਕ ਨੂੰ ਜਾਓਗੇ। ਇਸ ਲਈ ਖੋ ਕੇ ਨਹੀਂ ਖਾਣੀ, ਹੱਕ ਦੀ ਖਾਣੀ ਹੈ। ਅਸੀਂ ਦੇਖਣਾ ਆ ਕਿ ਕਿਹੜੇ ਕੰਮ ਅਸੀਂ ਕਰਦੇ ਆ ਜਿਹੜੇ ਸਾਨੂੰ ਨਰਕ ਨੂੰ ਲੈ ਕੇ ਜਾ ਰਹੇ ਆ, ਕਿਹੜੇ ਕੰਮ ਅਸੀਂ ਕਰਦੇ ਜਿਹੜੇ ਸਾਨੂੰ ਸਵਰਗ ਨੂੰ ਲੈ ਕੇ ਜਾ ਸਕਦੇ। ਇਸ ਲਈ ਹਰੇਕ ਉਹ ਕੰਮ ਛੱਡ ਦੇਣਾ ਜਿਹੜਾ ਸਾਨੂੰ ਨਰਕ ਨੂੰ ਲੈ ਕੇ ਜਾਂਦਾ ਹੈ। ਬੁਰਾ ਬੋਲਣਾ ਤੁਹਾਡੇ ਮਸਾਂ ਨੂੰ ਘਟਾ ਦਿੰਦਾ ਆ। ਭੱਦਾ ਮਜ਼ਾਕ ਕਰਨਾ, ਜਦੋਂ ਅਸੀਂ ਖਰਾਬ ਅੱਖਰ ਬੋਲ ਕੇ ਮਜ਼ਾਕ ਕਰਦੇ ਆ। ਕਈ ਵਾਰੀ ਆਦਮੀਆਂ ਨੂੰ ਆਦਤ ਹੁੰਦੀ ਆ, ਜਿੱਦਾਂ ਆਪਣੀ ਵਾਈਫ ਦੀ ਸਿਸਟਰ, ਜਿਹਨੂੰ ਆਪਾਂ ਸਾਲੀ ਕਹਿ ਸਕਦੇ ਆ, ਉਹਦੇ ਬਾਰੇ ਵਿੱਚ ਕੋਈ ਗੱਲ ਕਰਕੇ ਗਲਤ ਜਿਹਾ ਮਜ਼ਾਕ ਕਰਨਾ, ਭਾਵੇਂ ਉਹਨਾਂ ਦੇ ਮਨ ਵਿੱਚ ਕੁਛ ਨਾ ਹੋਏ, ਪਰ ਇਹ ਗਲਤ ਅੱਖਰਾਂ ਦੇ ਨਾਲ ਮਜ਼ਾਕ ਕਰਨਾ। ਜਾਂ ਔਰਤ ਆਪਣੇ ਹਸਬੈਂਡ ਦੇ ਰਿਸ਼ਤੇਦਾਰਾਂ ਦੇ ਬਾਰੇ ਵਿੱਚ ਕੋਈ ਗਲਤ ਅੱਖਰਾਂ ਦੇ ਨਾਲ ਮਜ਼ਾਕ ਕਰਨਾ, ਤੁਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕਦੇ। ਉਹ ਮਜ਼ਾਕ, ਉਹ ਘਿਨਾਉਣੇ ਅੱਖਰ, ਉਹ ਘਿਨਾਉਣੀਆਂ ਗੱਲਾਂ, ਉਹ ਅਲਫਾਜ਼ ਜਿਹੜੇ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦੇ, ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਮਸਾਂ ਨੂੰ ਘਟਾ ਦਿੰਦੇ ਆ। ਉਹ ਸਾਡੇ ਉੱਤੇ ਪਰਮੇਸ਼ਵਰ ਦੇ ਆਤਮਾ ਨੂੰ ਆਉਣ ਨਹੀਂ ਦਿੰਦੇ। ਉਦੋਂ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਗੱਲ ਕਰਨੀ ਬੰਦ ਕਰ ਦਿੰਦਾ, ਜਦੋਂ ਅਸੀਂ ਉਹ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਜਿਹੜੇ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦੇ। ਕਈ ਵਾਰੀ ਅਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਖੜੇ ਹੁੰਨੇ ਆ, ਕਈ ਵਾਰੀ ਅਸੀਂ ਆਪਣੀਆਂ ਸਹੇਲੀਆਂ ਭੈਣਾਂ ਗੁਆਂਢਣਾਂ ਦੇ ਝੁੰਡ ਵਿੱਚ ਹੁੰਨੇ ਆ, ਪਰ ਅਸੀਂ ਉੱਥੇ ਨੌਨਸੈਂਸ ਗੱਲਾਂ ਕਰਦੇ ਜਿਨ੍ਹਾਂ ਦਾ ਕੋਈ ਅਰਥ ਭਾਵ ਨਹੀਂ ਆ, ਬਸ ਆਪਣੇ ਚਿੱਤ ਨੂੰ ਖੁਸ਼ ਕਰਨ ਦੇ ਲਈ। ਪਰ ਉੱਥੇ ਕੀਤੇ ਜਾਣ ਵਾਲੇ ਭੱਦੇ ਮਜ਼ਾਕ, ਭੱਦੀਆਂ ਗੱਲਾਂ, ਚੁਗਲੀਆਂ, ਹਰਾਮਕਾਰੀ ਵਾਲੀਆਂ ਗੱਲਾਂ, ਅੱਖਾਂ ਨਾਲ ਕੀਤਾ ਹੋਇਆ ਗੁਨਾਹ, ਮਨ ਦੇ ਵਿਚਾਰਾਂ ਨਾਲ ਕੀਤਾ ਹੋਇਆ ਗੁਨਾਹ, ਜ਼ੁਬਾਨ ਦੇ ਨਾਲ ਕੀਤੀਆਂ ਹੋਈਆਂ ਜਿਹੜੀਆਂ ਪਾਪ ਦੀਆਂ ਗੱਲਾਂ, ਉਹ ਸਾਰੀਆਂ ਸਾਡੇ ਮਸਾਂ ਨੂੰ ਘਟਾਉਂਦੀਆਂ ਆ। ਅਗਰ ਤੁਸੀਂ ਚਾਹੁੰਦੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆ ਜਾਏ, ਆਪਣੇ ਮੂੰਹ ਨੂੰ ਲਗਾਮ ਪਾਉਣੀ ਪੈਣੀ ਆ, ਆਪਣੀਆਂ ਸੋਚਾਂ ਨੂੰ ਲਗਾਮ ਪਾਉਣੀ ਪੈਣੀ ਆ, ਆਪਣੇ ਮਨ ਦੇ ਵਿਚਾਰਾਂ ਨੂੰ ਲਗਾਮ ਪਾਉਣੀ ਪੈਣੀ ਆ। ਆਉਣਗੇ ਬੁਰੇ ਵਿਚਾਰ, ਵੈਰੀ ਭੇਜੇਗਾ, ਉਸੇ ਵੇਲੇ ਉਹਨਾਂ ਨੂੰ ਕੱਟ ਕਰਨਾ ਆ। ਮੈਂ ਇਸ ਭੱਦੇ ਵਿਚਾਰ ਨੂੰ ਨਹੀਂ ਲੈਂਦਾ ਕਿਉਂਕਿ ਇਹ ਵੈਰੀ ਦੇ ਵੱਲੋਂ ਆ, ਮੈਂ ਇਹਨੂੰ ਕੈਂਸਲ ਕਰਦਾ, ਉਹਨੂੰ ਉਦੋਂ ਹੀ ਧੱਕ ਦਿਓ ਪਿੱਛੇ ਨੂੰ। ਕਿਸੇ ਦੇ ਲਈ ਕੁਝ ਗਲਤ ਵਿਚਾਰ ਆਉਂਦਾ, ਸੋਚ ਕੇ ਖੁਸ਼ ਨਹੀਂ ਹੋਣਾ, ਉਦੋਂ ਹੀ ਉਹਨੂੰ ਕੈਂਸਲ ਕਰਨਾ ਹੈ। ਜੇ ਤੁਸੀਂ ਚਾਹੁੰਦੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆਏ, ਕਿਉਂਕਿ ਆਤਮਾ ਤਿਆਰ ਆ, ਸਰੀਰ ਹੀ ਕਮਜ਼ੋਰ ਆ, ਇਹਦੀਆਂ ਹੀ ਖੁਆਇਸ਼ਾਂ ਇੰਨੀਆਂ ਆ ਕਿ ਇਹ ਉਹਨੂੰ ਲੈਣਾ ਨਹੀਂ ਚਾਹੁੰਦਾ, ਕਿਉਂਕਿ ਇਹ ਜਾਣਦਾ ਆ ਕਿ ਜੇ ਮੈਂ ਪਰਮੇਸ਼ਵਰ ਦਾ ਆਤਮਾ ਲੈਣਾ, ਮੈਨੂੰ ਵੀ ਵਿਚਾਰ ਕਰਨਾ ਛੱਡਣਾ ਪੈਣਾ। ਜੇ ਮੈਂ ਪਰਮੇਸ਼ਵਰ ਦੇ ਆਤਮਾ ਨੂੰ ਲੈਣਾ ਆ, ਮੈਨੂੰ ਝੂਠ ਬੋਲਣਾ ਛੱਡਣਾ ਪੈਣਾ, ਮੈਨੂੰ ਹਰਾਮਕਾਰੀਆਂ, ਲੜਾਈਆਂ, ਜਨਾਹਕਾਰੀਆਂ, ਗੁੰਡੇਗਰਦੀਆਂ ਮੈਨੂੰ ਛੱਡਣੀਆਂ ਪੈਣੀਆਂ। ਇਸ ਲਈ ਸੋਚਦਾ ਹਾਲੇ ਬਹੁਤ ਟਾਈਮ ਪਿਆ ਆ, ਹਾਲੇ ਤਾਂ ਮੈਂ ਮਸੀਂ 30 ਸਾਲਾਂ ਦਾ ਆ, ਹਾਲੇ ਤਾਂ ਮੈਂ 25 ਸਾਲਾਂ ਦਾ, ਮੈਂ 50 ਸਾਲਾਂ ਦਾ ਆ, ਹਾਲੇ ਜਦੋਂ 10 ਸਾਲ ਰਹਿ ਜੂਗੇ, 4 ਸਾਲ ਰਹਿ ਜੂਗੇ, ਫਿਰ ਕਰ ਲਾਂਗੇ ਰੱਬ ਰੱਬ। ਫਿਰ ਰੱਬ ਰੱਬ ਹੀ ਕਰਨਾ,
ਤੁਹਾਨੂੰ ਕੇਨ ਲਿਖ ਕੇ ਦਿੱਤਾ ਵੀ ਤੁਸੀਂ 80ਵੇਂ ਸਾਲ 'ਚ ਪਹੁੰਚਣਾ ਆ। ਪ੍ਰਭੂ ਕਿਰਪਾ ਕਰੇ ਕਿ ਤੁਸੀਂ 120 ਸਾਲਾਂ ਦੇ ਹੋਵੋ, ਪਰ ਤੁਹਾਨੂੰ ਕਲੀਅਰ ਤੇ ਨਹੀਂ ਆ ਨਾ ਕਿ ਤੁਸੀਂ ਕਿੰਨੇ ਸਾਲ ਰਹਿਣਾ, ਮੈਂ ਕਿੰਨੇ ਸਾਲ ਰਹਿਣਾ ਆ। ਆਪਣੀ ਤਿਆਰੀ ਏਦਾਂ ਹੀ ਰੱਖੋ ਕਿ ਮੈਂ ਨਹੀਂ ਜਾਣਦਾ ਅਗਲਾ ਪਲ ਮੇਰੇ ਕੋਲ ਹੈਗਾ ਕਿ ਨਹੀਂ। ਜੇ ਮੈਂ ਇਸੇ ਹੀ ਪਲ ਮੈਨੂੰ ਇਸ ਧਰਤੀ ਨੂੰ ਛੱਡਣਾ ਪਵੇ ਤਾਂ ਮੇਰਾ ਨੇਕੀਆਂ ਵਾਲਾ ਪੱਲਾ ਭਾਰੀ ਹੋਣਾ ਚਾਹੀਦਾ ਆ। ਮੇਰਾ ਨੇਕੀਆਂ ਵਾਲਾ ਪੱਲਾ ਐਨ ਝੁਕਿਆ ਹੋਇਆ ਹੋਵੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਹਾਲੇਲੂਇਆ। ਆਤਮਾ ਤਿਆਰ ਆ, ਜਿਸਮ ਦੁਰਬਲ ਆ। ਇਹ ਆਪਣੀਆਂ ਖੁਆਇਸ਼ਾਂ ਨੂੰ ਛੱਡਣਾ ਨਹੀਂ ਚਾਹੁੰਦਾ। ਪਰ ਮੇਰੇ ਭੈਣੋ ਭਰਾਵੋ, ਇੱਕ ਵਾਰੀ ਜਿਸਮਾਨੀ ਖੁਆਇਸ਼ਾਂ ਤੋਂ ਤੌਬਾ ਕਰਕੇ ਦੇਖੋ। ਆਤਮਿਕ ਖੁਆਇਸ਼ਾਂ ਦੀ ਜਦੋਂ ਤੁਹਾਨੂੰ ਪਹਿਚਾਣ ਹੋਗੀ, ਜਿਸਮਾਨੀ ਖੁਆਇਸ਼ਾਂ ਤੇ ਉਹਨਾਂ ਅੱਗੇ ਸਵਾਹ ਜਿੰਨੀਆਂ ਵੀ ਜਿਹੜੀਆਂ ਆ ਉਹ ਮਾਇਨੇ ਨਹੀਂ ਰੱਖਦੀਆਂ। ਇਹ ਤਾਂ ਕੁਝ ਵੀ ਨਹੀਂ ਆ। ਇੱਕ ਤੋਲੇ ਸੋਨੇ ਨੂੰ ਤਰਸਦੇ ਆ ਨਾ, ਜਿੱਦਣ ਆਤਮਿਕ ਖੁਆਇਸ਼ਾਂ ਮਿਲ ਗਈਆਂ ਨਾ, ਤੁਸੀਂ ਸੋਨੇ ਦੀਆਂ ਸੜਕਾਂ ਤੇ ਤੁਰਨ ਵਾਲੇ ਹੋ ਜਾਣਾ। ਹਾਲੇਲੂਇਆ। ਕਿਲੋ ਸੇਬ ਲਿਆਉਣੇ ਹੋਣ ਨਾ ਘਰ ਨੂੰ ਤਾਂ 20 ਵਾਰੀ ਭਾਅ ਪੁੱਛਣਾ ਪੈਂਦਾ ਬਈ ਕਿੰਨੇ ਨੂੰ ਕਿਲੋ ਆ, ਤੇ ਲੱਗਦੀ ਬਾਹ ਨੂੰ ਜਿੱਥੋਂ ਸਸਤੇ ਮਿਲਣ ਬੰਦਾ ਉੱਥੋਂ ਖਰੀਦਦਾ ਆ। ਤੇ ਇੱਕ ਵਾਰੀ ਆਤਮਿਕ ਖੁਆਇਸ਼ਾਂ ਕਰਕੇ ਦੇਖੋ, ਤੁਸੀਂ ਰੂਹ ਦੇ ਫਲਾਂ ਨਾਲ ਇਹੋ ਜਿਹੇ ਲੱਦੇ ਜਾਣਾ ਵੀ ਲੋਕੀ ਵੀ ਤੋੜ ਕੇ ਖਾਣਗੇ ਤੇ ਸਵਰਗਾਂ ਨੂੰ ਜਾਣਗੇ। ਇੱਕ ਵਾਰੀ ਜਿਸਮਾਨੀ ਖੁਆਇਸ਼ਾਂ ਨੂੰ ਛੱਡ ਕੇ ਦੇਖੋ। ਮਨ ਬਣਾਉਣਾ, ਬਸ ਮਨ ਕਿ ਪ੍ਰਭੂ ਤੁਸੀਂ ਸਾਨੂੰ ਆਜ਼ਾਦ ਕਰ ਸਕਦੇ ਜਿਸਮਾਨੀ ਖੁਆਇਸ਼ਾਂ ਤੋਂ। ਪ੍ਰਭੂ ਤੁਸੀਂ ਸਾਨੂੰ ਇਸ ਸੰਸਾਰ ਦੀ ਈਰਖਾ ਤੋਂ ਆਜ਼ਾਦ ਕਰ ਸਕਦੇ ਆ। ਮੇਰੇ ਅੱਗੋਂ ਭਿੰਨ ਭੇਤ ਮੁੱਕ ਜਾਏ ਪ੍ਰਭੂ, ਉੱਚੇ ਤੇ ਨੀਵੇਂ ਦਾ, ਜਾਤ ਤੇ ਪਾਤ ਦਾ, ਕਾਲੇ ਤੇ ਗੋਰੇ ਦਾ, ਅਮੀਰ ਤੇ ਗਰੀਬ ਦਾ। ਪ੍ਰਭੂ ਇੱਕ ਵਾਰੀ ਮੈਨੂੰ ਇਸ ਭਿੰਨ ਭੇਤ ਚੋਂ ਕੱਢ ਲਓ। ਪ੍ਰਭੂ ਇੱਕ ਵਾਰੀ ਮੈਨੂੰ ਧਨ ਦੇ ਲਾਲਚ ਚੋਂ ਕੱਢ ਲਓ। ਪ੍ਰਭੂ ਇੱਕ ਵਾਰੀ ਮੈਨੂੰ ਰੁਤਬੇ ਦੇ ਲਾਲਚ ਚੋਂ ਕੱਢ ਲਓ। ਅੱਜ ਕੱਲ ਬੰਦਾ ਰੁਤਬੇ ਦਾ ਗੁਲਾਮ ਹੋ ਚੁੱਕਿਆ। ਮੇਰਾ ਸਟੇਟਸ ਮੈਨੂੰ ਅਲਾਓ ਨਹੀਂ ਕਰਦਾ ਕਿ ਮੈਂ ਗਰੀਬ ਬੰਦੇ ਦੇ ਲਾਗੇ ਖੜਾ। ਐਡੀ ਮਾੜੀ ਸੋਚ ਬਣ ਗਈ ਬੰਦੇ ਦੀ। ਕਹਿੰਦਾ ਮੇਰਾ ਸਟੇਟਸ ਅਲਾਓ ਨਹੀਂ ਕਰਦਾ। ਕੀ ਸਮਝਦਾ ਆਪਣੇ ਆਪ ਨੂੰ ਯਿਸੂ ਮਸੀਹ ਨਾਲੋਂ ਵੀ ਉੱਚਾ ਸਮਝਣ ਲੱਗ ਗਿਆ। ਕਹਿੰਦਾ ਮੇਰਾ ਸਟੇਟਸ ਅਲਾਓ ਨਹੀਂ ਕਰਦਾ, ਇੱਕ ਮਾਤੜ ਬੰਦੇ ਦੇ ਲਾਗੇ ਖੜਾ। ਤੇ ਆਣ ਕੇ ਚਰਚ ਦੇ ਵਿੱਚ ਬਹਿੰਦਾ ਤੇ ਕਹਿੰਦਾ ਯਿਸੂ ਮੇਰਾ ਰੱਬ ਆ। ਯਿਸੂ ਉਹਦਾ ਰੱਬ ਕਦੀ ਨਹੀਂ ਹੋ ਸਕਦਾ, ਕਿਉਂਕਿ ਮੇਰਾ ਯਿਸੂ ਗਰੀਬਾਂ ਦੇ ਨਾਲ ਰਹਿੰਦਾ ਸੀ, ਗਰੀਬਾਂ ਨਾਲ ਖਾਂਦਾ ਸੀਗਾ। ਉਹ ਆਪ ਗਰੀਬ ਬਣ ਗਿਆ ਕਿ ਅਸੀਂ ਧਨੀ ਬਣ ਜਾਈਏ। ਅਗਰ ਅਸੀਂ ਯਿਸੂ ਦੇ ਚੇਲੇ ਆ ਤੇ ਸਾਡਾ ਸਟੇਟਸ ਇਹੀ ਅਲਾਓ ਕਰਦਾ। ਕਹਿੰਦਾ ਅਨਾਥ ਤੇ ਵਿਧਵਾ ਦੀ ਸਾਰ ਲੈ। ਜਿੰਨੀ ਦੇਰ ਤੱਕ ਤੁਸੀਂ ਰੁਤਬੇ ਦੇ ਗੁਲਾਮ ਰਹੋਗੇ, ਸਟੇਟਸ ਦੇ ਗੁਲਾਮ ਰਹੋਗੇ, ਧਨ ਦੇ ਗੁਲਾਮ ਰਹੋਗੇ, ਮਨ ਦੇ ਗੁਲਾਮ ਰਹੋਗੇ, ਜਿਸਮਾਨੀ ਖੁਆਇਸ਼ਾਂ ਦੇ ਗੁਲਾਮ ਰਹੋਗੇ, ਪਾਕ ਰੂਹ ਤੁਹਾਡੇ ਉੱਤੇ ਆਉਣਾ ਨਹੀਂ। ਪਵਿੱਤਰ ਆਤਮਾ ਤੁਹਾਡੇ ਉੱਤੇ ਆ ਨਹੀਂ ਸਕਦਾ। ਇਸ ਲਈ ਸਾਨੂੰ ਇਸ ਗੁਲਾਮੀ ਚੋਂ ਆਜ਼ਾਦ ਹੋਣਾ ਪੈਣਾ। ਅੱਜ ਅਸੀਂ ਕਿਸ ਚੀਜ਼ ਨੂੰ ਸਮਝਦੇ ਹਾਂ ਆਜ਼ਾਦ ਹੋਣ ਦੇ ਲਈ? ਬਈ ਸਾਡੀਆਂ ਜਿਹੜੀਆਂ ਚੀਕਾਂ ਨਿਕਲਦੀਆਂ ਉਹ ਬੰਦ ਹੋ ਜਾਣ, ਜਿਹੜੇ ਸਾਨੂੰ ਭੂਤ ਨਜ਼ਰ ਆਉਂਦੇ ਉਹ ਬੰਦ ਹੋ ਜਾਣ। ਉਹਨਾਂ ਭੂਤਾਂ ਦੇ ਨਾਲੋਂ ਵੱਧ ਖਤਰਨਾਕ ਸਾਡੇ ਮਨ ਦੇ ਵਿਚਾਰ ਆ, ਜਿਹੜੇ ਭੂਤਨਿਆਂ ਵਰਗੇ ਆ, ਜਿਹੜੇ ਸਾਨੂੰ ਘੱਟ ਤੇ ਦੂਜਿਆਂ ਨੂੰ ਵੱਧ ਸਤਾਉਂਦੇ ਆ। ਪਰ ਪਰਮੇਸ਼ਵਰ ਸਾਨੂੰ ਸਤਾਉਣ ਵਾਲੇ ਨਹੀਂ, ਸੁੱਖ ਦੇਣ ਵਾਲੇ ਵੇਖਣਾ ਚਾਹੁੰਦਾ ਹੈ। ਹਾਲੇਲੂਇਆ। ਕਹਿੰਦਾ ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨੀ ਦਿਨੀ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ। ਹੁਣ ਪਰਮੇਸ਼ਵਰ ਨੇ ਪ੍ਰੋਮਿਸ ਕੀਤਾ, ਜਿਹੜੇ ਪਰਮੇਸ਼ਵਰ ਦੇ ਚੇਲੇ ਆ, ਪਰਮੇਸ਼ਵਰ ਦੇ ਦਾਸ ਜਾਂ ਦਾਸੀਆਂ, ਉਹਨਾਂ ਦੇ ਉੱਤੇ ਪਰਮੇਸ਼ਵਰ ਜੀ ਆਪਣੇ ਆਤਮਾ ਨੂੰ ਵਹਾ ਦੇਣਗੇ। ਉਹਨਾਂ ਦਾਸਾਂ ਦਾਸੀਆਂ ਦੇ ਉੱਤੇ ਜਿਨ੍ਹਾਂ ਦੇ ਜੀਵਨ ਵਾਕਈ ਹੀ ਦਾਸਾਂ ਤੇ ਦਾਸੀਆਂ ਵਾਲੇ ਹੋਣਗੇ। ਇਹ ਨਹੀਂ ਕਿ ਨਾਮ ਦੇ ਦਾਸ ਤੇ ਅੰਦਰੋਂ ਗੁੰਡੇ, ਬਿਲਕੁਲ ਨਹੀਂ। ਵਾਕਿਆ ਦੇ ਵਿੱਚ ਹੀ ਜਿਹੜੇ ਦਾਸ ਹੋਣਗੇ, ਦਾਸ ਦਾ ਮਤਲਬ ਹੁੰਦਾ ਆਪਣੇ ਮਾਲਕ ਦੇ ਪ੍ਰਤੀ ਸੰਪੂਰਨ ਵਫਾਦਾਰ ਹੋਣਾ, ਆਪਣੇ ਮਾਲਕ ਦੇ ਹਰੇਕ ਹੁਕਮ ਦੀ ਤਾਬਿਆਦਾਰੀ ਕਰਨਾ, ਉਹ ਹੁੰਦਾ ਦਾਸ। ਤੇ ਜਿਹੜੇ ਦਾਸ ਤੇ ਦਾਸੀਆਂ ਹੋਣਗੇ, ਪਰਮੇਸ਼ਵਰ ਦਾ ਆਤਮਾ ਉਹਨਾਂ ਦੇ ਉੱਤੇ ਜ਼ਰੂਰ ਵਹਿ ਜਾਏਗਾ ਔਰ ਉਹ ਅਗੰਮ ਵਾਕ ਕਰਨਗੇ। ਫਿਰ ਪਰਮੇਸ਼ਵਰ ਆਉਣ ਵਾਲੇ ਸਮੇਂ ਦੀਆਂ ਭੇਤਾਂ ਨੂੰ ਉਹਨਾਂ ਦੇ ਉੱਤੇ ਪ੍ਰਗਟ ਕਰਨਗੇ ਔਰ ਉਹ ਬੋਲਣਗੇ ਤੇ ਪਰਮੇਸ਼ਵਰ ਦੀ ਪ੍ਰਜਾ ਨੂੰ ਦੱਸਣਗੇ। ਉਹਦੇ ਬਾਅਦ ਦੇ ਵਿੱਚ ਕਿਆਮਤ ਕਿਹੋ ਜਿਹੀ ਆ? ਕਹਿੰਦਾ ਅਤੇ ਮੈਂ ਉਤਾਹਾਂ ਆਕਾਸ਼ ਵਿੱਚ ਅਚੰਭੇ ਔਰ ਹਿਠਾਂ ਧਰਤੀ ਉੱਤੇ ਨਿਸ਼ਾਨ, ਲਹੂ ਤੇ ਅਗਨ ਤੇ ਧੂਏ ਦੇ ਬੱਦਲ ਵਿਖਾਵਾਂਗਾ। ਧਰਤੀ ਦੇ ਉੱਤੇ ਇਹੋ ਜਿਹੇ ਭਿਆਨਕ ਨਿਸ਼ਾਨ ਹੋਣਗੇ ਕਿ ਲਹੂ, ਅਗਨ ਤੇ ਧੂਏ ਦੇ ਬੱਦਲ, ਇੰਨਾ
अत्याचार इन्ना भड़थू पै जाऊगा इस धरती दे उत्ते, इन्नी क्यामत आ जूगी इस धरती दे उत्ते कि चार चफेरा जिहड़ा आ वो भयानक हो जाऊगा। बदल जिहड़े आ उन्हां दा रूप जिहड़ा आ वो भयानक हो जाऊगा। कहंदा प्रभु दे वड्डे ते प्रसिद्ध दिन दे आउण तो पहलां सूरज हनेरा और चंद लहू हो जाएगा अते इउं होवेगा कि हरेक जेड़ा प्रभु दा नाम लवेगा बचाया जाएगा। इन्नी क्यामत दे विच भी जेड़ा परमेश्वर दा नाम लऊगा वो बचाया जाऊगा। हालेलुया। इसलिए परमेश्वर दा नाम लेना शुरू कर दो। बाइबल दे विच वो पवित्र नाम जिहड़ा आ वो यसू नाम दस्सिया गया आ। सैनावां दा यहोवा साडा परमेश्वर आ। ओदा भय मनना शुरू करो, ओदी आज्ञाकारी करनी शुरू करो। और मैं दुआ करदी कि परमेश्वर दा आत्मा इस कलीसिया दे उत्ते बहुतायत दे नाल वह जाए और एक एक बदन परमेश्वर दे आत्मा नू रिसीव करे, एक एक रूप परमेश्वर दे रूह दे विच रंगिया जाए। परमेश्वर दा आत्मा इदां आए कि लोग होरां जुबानां दे विच बोलना शुरू कर देण, बहुते उन्हां दा तर्जमा करन और बहुत सारे नबूवत करन, अगम वाक करन, रोगियां शिफा देने वाले हो जान और परमेश्वर दे नाम दे विच भूतां दे जकड़े आजाद होण। बहुते प्रचारक बनन, खुशखबरी दा प्रचार करन, उपदेशक बनन, गुरु बनन, सिक्ख्या देने वाले बनन और परमेश्वर दा आत्मा सबना गल्लां दे विखे इस कलीसिया दी अगुवाई करे। परमेश्वर दी किरपा होण तो हमेशा तक परमेश्वर दे चाहण वालियां दे नाल बनी रहे। आमीन।